ਸਾਧ ਸੰਗਤ ਜੀ, ਪਹਿਲਾਂ ਮਰਿਆਦਾ ਮੁਤਾਬਕ 5 ਪਾਠ ਮੂਲ ਮੰਤਰ ਦੇ ਕਰਕੇ ਫਿਰ ਕਥਾ ਪ੍ਰਾਰੰਭ ਕਰਦੇ ਹਾਂ। ਸੋ ਅੱਜ ਹਿੰਦੁਸਤਾਨ ਦੇ ਵਿੱਚ 23 ਤਰੀਕ ਪ੍ਰਾਰੰਭ ਹੋ ਚੁੱਕੀ ਹੈ। 23 ਤਰੀਕ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ, ਔਰ ਅਗਲੇ ਦਿਨ ਉਸ ਤੋਂ ਫਿਰ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਸੀ। ਇਸ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਪ੍ਰਾਰੰਭ ਹੋਈ ਸੀ, ਔਰ ਹੁਣ ਸ਼ਾਮ ਨੂੰ ਇਹ 10 ਸਰੂਪਾਂ ਦੀ ਕਥਾ ਪ੍ਰਾਰੰਭ ਕਰਨ ਲਈ ਆਸ਼ੀਰਵਾਦ ਪ੍ਰਾਪਤ ਕਰੀਏ ਗੁਰਾਂ ਤੋਂ। ਸਾਰੀਆਂ ਸੰਗਤਾਂ ਮਿਲ ਕੇ ਪਿਆਰ ਨਾਲ ਉਚਾਰਨ ਕਰੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਗ ਪੰਕਜ ਬੰਦਨ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਤਰ
ਬਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਬਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੱਜ ਕਰ ਸਰਬੱਤ ਸੰਗਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਮੁੱਚਾ ਸੰਪੂਰਨ ਜੀਵਨ ਸੁਣਨ ਲਈ ਇਕੱਤਰ ਹੋਈਆਂ ਹਨ। ਸੋ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਖਿਤਾਬ ਮਿਲਿਆ ਸੀ ਚੂੜਾਮਣ ਕਵੀ, ਉਹਨਾਂ ਬਾਰੇ ਵੀ ਨਾਲ ਨਾਲ ਵਿਚਾਰ ਕਰਦੇ ਰਹਾਂਗੇ। ਸੋ ਲਗਭਗ ਕਥਾ ਦੇ ਪ੍ਰਾਰੰਭ ਤੋਂ ਲੈ ਕੇ ਕਾਫੀ ਜ਼ਿਆਦਾ ਮੰਗਲ ਕਵੀ ਜੀ ਨੇ ਉਚਾਰਨ ਕੀਤੇ ਹਨ। ਉਹਨਾਂ ਵਿੱਚੋਂ ਸ਼ੁਰੂ ਦੇ ਵਿੱਚ ਇੱਕ ਮੰਗਲ ਅਤੇ ਪਹਿਲਾ ਅਧਿਆਇ ਸ਼ੁਰੂ ਹੋਣ ਤੋਂ ਪਹਿਲਾਂ 3 ਮੰਗਲ ਆਪਾਂ ਕਰਾਂਗੇ। ਬਾਕੀ ਦੇ ਜਿਤਨੇ ਮੰਗਲ ਹਨ ਉਹਨਾਂ ਦੀ ਜੋ ਵੱਖਰੀ CD ਇੱਕ ਬਣਾ ਦਿਆਂਗੇ। ਉਹ ਵੈਸੇ ਕਥਾਵਾਚਕਾਂ ਲਈ ਹੁੰਦੇ ਨੇ ਜਾਂ ਗੁਰਾਂ ਦੀ ਮਹਿਮਾ ਕੀਤੀ ਹੁੰਦੀ ਹੈ। ਸੋ ਅੱਜ ਕਥਾ ਗੁਰੂ ਸਾਹਿਬ ਦੀ ਪ੍ਰਾਰੰਭ ਹੋ ਜਾਵੇਗੀ ਇਸੇ ਪ੍ਰਕਾਰ। ਸੋ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਇਹ ਮੰਗਲ ਹੈ ਜਿਸ ਦੇ ਵਿੱਚ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰਾਂ ਤੋਂ ਆਸ਼ੀਰਵਾਦ ਮੰਗਿਆ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਤੇ ਇਹ ਪੁਰਾਣਾ ਅੱਖਰ ਹੈ ਅਥ। ਅਥ ਦਾ ਅਰਥ ਹੁੰਦਾ ਹੁਣ। ਹੁਣ ਸ਼੍ਰੀ ਸੁਭਾਈਮਾਨ ਸ਼੍ਰੋਮਣੀ ਸਤਿਗੁਰੂ ਨਾਨਕ ਦੇਵ ਜੀ ਦੇ ਜੋ ਜੀਵਨ ਕੌਤਕ ਹਨ ਸਾਰੇ, ਗੁਰੂ ਨਾਨਕ ਪ੍ਰਕਾਸ਼, ਉਹਨਾਂ ਦੇ ਜੀਵਨ ਤੇ ਜੋ ਪ੍ਰਕਾਸ਼ ਪਾਉਂਦੇ ਹਨ, ਲਿਖਿਆ ਤੇ ਇਹ ਗ੍ਰੰਥ ਜੋ ਹੈ ਪ੍ਰਾਰੰਭ ਹੁੰਦਾ ਹੈ। ਹੁਣ ਇਹ ਗ੍ਰੰਥ ਅਧਿਆਇ ਪਹਿਲਾ ਲਿਖਿਆ ਹੋਇਆ ਹੈ। ਸੋ ਇਸ ਤਰ੍ਹਾਂ ਪੋਥੀ ਦਾ ਭਾਗ ਹੈ ਪਹਿਲਾ, ਅਧਿਆਇ ਪਹਿਲਾ। ਸੋ ਇਸ ਅਧਿਆਇ ਵਿੱਚ ਕਵੀ ਜੀ ਮੰਗਲ ਹੀ ਵਰਣਨ ਕਰਨਗੇ। ਤਦੇ ਉਹਨਾਂ ਨੇ ਇਸ ਦਾ ਨਾਮ ਅਧਿਆਇ ਦੇ ਅੰਤ ਵਿੱਚ ਸਮੁੱਚਾ ਹੀ ਲਿਖਿਆ ਹੈ ਮੰਗਲਾਚਰਨ। ਸੋ ਇਸ ਤਰ੍ਹਾਂ ਮੰਗਲਾਚਰਨ ਦੀ ਵਿਆਖਿਆ ਜੇ ਪਤਾ ਹੋਵੇ, ਪਤਾ ਹੁੰਦਾ ਕਿ ਮੰਗਲਾਚਰਨ ਕੀ ਹੈ। ਮਨ ਦੀ ਕਾਮਨਾ ਪੂਰਨ ਹੋਣ ਵਾਸਤੇ ਜਿਹੜਾ ਕੋਈ ਪਦ ਵਰਤਦੇ ਨੇ ਜਾਂ ਛੰਦ ਜੋ ਕਿਸੇ ਗ੍ਰੰਥ ਦੇ ਸ਼ੁਰੂ ਵਿੱਚ ਕੋਈ ਗ੍ਰੰਥਾਕਾਰ ਲਿਖਣ ਵਾਲੇ ਦੀ ਮਨੋਕਾਮਨਾ ਉਸ ਗ੍ਰੰਥ ਦੀ ਨਿਰਵਿਘਨ ਤੇ ਸੁਖਪੂਰਵਕ ਸਮਾਪਤੀ ਦੀ ਹੁੰਦੀ ਹੈ। ਸੋ ਗੁਰੂ ਅਬ ਪ੍ਰਿਆਏ ਹੁੰਦਾ ਹੈ, ਗੂੜ ਅਬ ਪ੍ਰਿਆਏ ਜਿਹੜਾ ਹੁੰਦਾ ਹੈ ਐਸਾ ਹੋ ਜਾਂਦਾ। ਉਹਦੇ ਵਿੱਚ ਪ੍ਰਯੋਜਨ ਕੇ ਲੇਖਕ ਆਪਣੇ ਕਾਰਜ ਵਿੱਚ ਚੜ੍ਹਦੀਆਂ ਕਲਾਂ ਵਿੱਚ ਰਹੇ, ਮੁਸ਼ੱਕਤ ਤੇ ਮਜਬੂਰੀ ਵਾਲੀ ਬਿਰਤੀ ਵਿੱਚ ਨਾ ਪਵੇ। ਇਸ ਲਈ ਅਰਦਾਸ ਕਿਹਨੂੰ ਕਰਦਾ ਹੈ? ਨਾ ਦਿਸਣ ਵਾਲੇ ਸੰਸਾਰ ਤੋਂ ਸਹਾਇਤਾ ਦੀ ਆਸ ਕਰਦਾ। ਇੱਕ ਉਹ ਸੰਸਾਰ ਹੈ ਜੋ ਦਿਖਦਾ ਹੈ, ਇੱਕ ਅਦਿੱਖ ਹੈ ਕੌਣ ਨਿਰੰਕਾਰ, ਇੱਕ ਉਹ ਜੋ ਅਦਿੱਖ ਹਨ ਸਾਡੇ ਸਤਿਗੁਰ ਜੋ ਨਜ਼ਰ ਨਹੀਂ ਆਉਂਦੇ, ਜੋ ਪ੍ਰਕਾਸ਼ ਸਰਬ ਵਿਆਪਕ ਤੋਂ ਮੰਗਦੇ ਹਨ। ਸੋ ਇਸ ਤਰ੍ਹਾਂ ਮੰਗਲਾਚਰਨ ਜੋ ਸ਼ਾਰਦਾ ਮੰਗਲ ਤੋਂ ਛੁੱਟ ਹੋਰ ਮੰਗਲਾਚਰਨਾਂ ਤੋਂ ਗ੍ਰੰਥਾਕਾਰ ਦੀ ਇਸ਼ਟਾਪਤੀ ਤੇ ਆਸਤਿਕਤਾ ਦਾ ਵੀ ਪਤਾ ਲੱਗ ਜਾਂਦਾ। ਕਿਉਂਕਿ ਕਵੀ ਜਦੋਂ ਕਵਿਤਾ ਲਿਖਦੇ ਨੇ, ਕਿਉਂਕਿ ਜਿਹੜੀ ਸ਼ਾਰਦਾ ਹੈ ਇਹ ਹੈ ਸਾਰੇ
ਰੂਪ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਅਕਾਲ ਪੁਰਖ ਵਾਹਿਗੁਰੂ ਦੀਆਂ ਵੱਖੋ ਵੱਖਰੀਆਂ ਸ਼ਕਤੀਆਂ ਹਨ। ਇਹਨਾਂ ਸ਼ਕਤੀਆਂ ਵਿੱਚ ਇੱਕ ਸ਼ਕਤੀ ਹੈ ਜਿਹੜੀ ਆਪਣੀ ਜ਼ੁਬਾਨ ਦੇ ਉੱਤੇ ਅਤੇ ਬੁੱਧੀ ਦੇ ਉੱਤੇ ਬੈਠ ਕੇ ਆਪਾਂ ਨੂੰ ਬੁਲਾਉਂਦੀ ਹੈ। ਇਹ ਸ਼ਕਤੀ ਹੈ ਇੱਕ। ਕਵੀ ਇਸ ਕਰਕੇ ਪਹਿਲਾਂ ਉਸ ਸ਼ਕਤੀ ਦਾ ਵਰਣਨ ਕਰਦੇ ਨੇ, ਅਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ। ਜਿਵੇਂ ਇਸੇ ਅਧਿਆਏ ਦੇ 15 ਮੰਗਲਾਂ ਵਿੱਚੋਂ ਜਿਹੜੇ 14 ਮੰਗਲ ਸਪਸ਼ਟ ਕਰਦੇ ਨੇ ਕਿ ਗ੍ਰੰਥਕਾਰ ਜੀ ਸਿੰਘ ਹਨ। ਜਿਵੇਂ ਆਪਾਂ ਨੇ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਸ ਤੋਂ ਸਿੱਧ ਹੋ ਜਾਂਦਾ ਕਿ ਗੁਰਸਿੱਖ ਹੈ, ਸਿੰਘ ਹੈ, ਬਾਣੀ ਨੂੰ ਮੰਨਣ ਵਾਲਾ ਹੈ। ਮੰਗਲ ਉੱਪਰ ਲਿਖਿਆ ਹੋਵੇ ਜਿਹਾ ਜਿਹਾ ਉਸ ਤੋਂ ਅੰਦਾਜ਼ਾ ਲੱਗ ਜਾਂਦਾ। ਸੋ ਜਿਵੇਂ ਕਿਸੇ ਦਾ ਮੰਗਲ ਹੋਵੇ ਉਸੇ ਤਰ੍ਹਾਂ ਹੀ ਉਹ ਤੋਂ ਪਤਾ ਲੱਗ ਜਾਂਦਾ ਕਿਹੜੇ ਧਰਮ ਨਾਲ ਸੰਬੰਧਿਤ ਹੈ। ਭਗਤੀ ਭਾਵ ਵਾਲੇ ਹਨ ਕਵੀ ਜੀ। ਇੱਕ ਅਕਾਲ ਉਪਾਸਕ ਹਨ, 10 ਸਤਿਗੁਰਾਂ ਦੇ ਸਿੱਖ ਹਨ, ਨਾਮ ਦੇ ਪ੍ਰੇਮੀ ਨੇ ਤੇ ਵਾਹਿਗੁਰੂ ਨਾਮ ਦੇ ਸਿਮਰਨ ਕਰਨ ਵਾਲੇ ਨੇ। ਕਿਉਂਕਿ ਮੰਗਲਾਚਰਨ 3 ਪ੍ਰਕਾਰ ਦੇ ਜਿਹੜੇ ਦੱਸੇ ਨੇ ਉਹਨਾਂ 'ਚ ਇੱਕ ਵਸਤੂ ਨਿਰਦੇਸ਼ਕ ਮੰਗਲ ਹੈ ਜਿਸ ਵਿੱਚ ਨਿਰਗੁਣ ਜਾਂ ਸਰਗੁਣ ਅਕਾਲ ਪੁਰਖ ਦਾ ਕੋਈ ਵਰਣਨ ਜਾਂ ਕੀਰਤਨ ਹੋਵੇ। ਇੱਕ ਆਸ਼ੀਰਵਾਦਕ ਮੰਗਲ ਹੁੰਦੇ ਨੇ ਜਿਸ ਵਿੱਚ ਕਲਿਆਣ ਦੀ ਕਾਮਨਾ ਪ੍ਰਗਟ ਕੀਤੀ ਹੋਵੇ, ਜਿਸ ਵਿੱਚ ਅਸੀਸ ਦਾ ਭਾਵ ਹੋਵੇ। ਇੱਕ ਹੁੰਦੇ ਨੇ ਨਮਸਕਾਰਾਤਮਕ ਮੰਗਲ ਜਿਸ ਵਿੱਚ ਅਦਬ ਸ਼ਰਧਾ ਨਮਸਕਾਰ ਦਾ ਭਾਵ ਹੋਵੇ। ਮੰਗਲ ਸੋ ਇਸੇ ਤਰ੍ਹਾਂ ਹੀ ਵਸਤੂ ਨਿਰਦੇਸ਼ਕ ਮੰਗਲ ਇੱਕ ਆਤਮ ਚਿੰਤਨ ਮੰਗਲ ਹੁੰਦਾ। ਇਹ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ 52 ਅੱਖਰੀ ਵਿੱਚ ਇੱਕ ਸ਼ਲੋਕ ਲਿਖਿਆ ਹੈ, ਸ਼ਲੋਕ ਡੰਡੌਤ ਬੰਦਨ ਅਨਕ ਬਾਰ। ਇਹ 'ਚ 4 ਮੰਗਲ ਨੇ, 2 ਪੰਕਤੀਆਂ ਵਿੱਚ ਹੀ। ਸੋ ਇਹ ਜਿਹੜਾ ਡੰਡੌਤ ਬੰਦਨ ਲਿਖਿਆ ਨਾ, ਇਹ ਨਮਸਕਾਰਕ ਮੰਗਲ ਹੈ, ਸਰਬ ਕਲਾ ਸਮਰੱਥ। ਸੋ ਇਸ ਤਰ੍ਹਾਂ ਉਹ ਅਕਾਲ ਪੁਰਖ ਦਾ ਵਸਤੂ ਨਿਰਦੇਸ਼ ਮੰਗਲ ਬਣ ਜਾਂਦਾ। ਡੋਲਣ ਤੇ ਰਾਖੋ ਪ੍ਰਭੂ, ਇਹ ਆਸ਼ੀਰਵਾਦ ਮੰਗਿਆ। ਨਾਨਕ ਦੇ ਕਰ ਹੱਥ, ਇਹ ਆਸ਼ੀਰਵਾਦ ਮੰਗ ਕੇ ਆਤਮ ਚਿੰਤਨ ਮੰਗਲ ਕੀਤਾ ਹੈ। ਇਸ ਤਰ੍ਹਾਂ 4 ਪ੍ਰਕਾਰ ਦੇ ਮੰਗਲ ਹੁੰਦੇ ਹਨ। ਉਹਨਾਂ ਵਿੱਚੋਂ ਇਹ ਸਾਰੇ ਇਸ ਕਵੀ ਜੀ ਨੇ 15 ਮੰਗਲਾਂ ਉਚਾਰਨ ਕੀਤੇ ਨੇ। 14 ਮੰਗਲ ਤਾਂ ਹਨ ਜਿਹੜੇ ਅਕਾਲ ਪੁਰਖ ਦਾ ਮੰਗਲ, 10 ਸਰੂਪਾਂ ਦੇ ਮੰਗਲ, ਫਿਰ ਜੋ ਜ਼ੁਬਾਨ ਦੇ ਉੱਤੇ ਬੁੱਧੀ ਦੇ ਉੱਤੇ ਵਾਸਾ ਕਰਦੀ ਹੈ ਸ਼ਕਤੀ। ਕਿਉਂਕਿ ਸਾਰੇ ਕਵੀ ਸ਼ੁਰੂ ਤੋਂ ਲੈ ਕੇ ਪਹਿਲਾਂ ਉਹਦਾ ਮੰਗਲ ਵੀ ਕਰਦੇ ਹਨ ਨਾਲ ਕਿ ਸਾਡੇ ਉੱਤੇ ਕਿਰਪਾ ਕਰੋ ਜੋ ਸਾਡੀ ਜ਼ੁਬਾਨ ਸਹੀ ਚੱਲੇ। ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਲੇ ਬੂੜਤ ਘੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰੇ। ਅਥਵਾ ਮਹਾਰਾਜ 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਅੱਗੇ ਮਹਾਰਾਜ ਕਹਿੰਦੇ ਨੇ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮਹਾਰਾਜ ਜੀ ਸਾਨੂੰ ਤਾਂ ਕਥਾ ਨਹੀਂ ਆਉਂਦੀ, ਤੁਸੀਂ ਆਪ ਹੀ ਕਿਰਪਾ ਕਰਕੇ, ਜਿਵੇਂ 8ਵੇਂ ਪਾਤਸ਼ਾਹ ਮਹਾਰਾਜ ਨੇ ਛੱਜੂ ਝੌਰ ਤੋਂ ਸਿਰ ਤੇ ਛਿਟੀ ਰੱਖ ਕੇ ਗੀਤਾ ਦੇ 7 ਅਰਥ ਕਰਵਾ ਦਿੱਤੇ ਸਨ। ਕਿਉਂ ਮੰਗਲਾਚਰਨ ਨਾਮ ਮਹਿਮਾ ਵਰਣਨ, ਇਹਦੇ ਵਿੱਚ ਨਾਮ ਦੀ ਮਹਿਮਾ ਜਿਹੜੀ ਆ ਨਾ ਉਹ ਕਥਨ ਕੀਤੀ ਹੈ। ਨਾਮ ਪ੍ਰਥਮੋ ਧਿਆਏ। ਸੋ ਇਹ ਨਾਮ ਕਾਂਡ ਵਾਲਾ ਪਹਿਲਾ ਧਿਆ ਜਿਹੜਾ ਹੈ ਕਵੀ ਨੇ ਉਚਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਪਾਸੋਂ ਜੋ ਮੰਗ ਮੰਗੀ ਹੈ। ਹੁਣ ਸਭ ਤੋਂ ਪਹਿਲਾਂ ਕਵੀ ਜੀ ਦਾ ਜੋ ਹੈ ਆਪਣਾ ਇਸ਼ਟ ਕੌਣ ਹੈ? ਇਸ਼ਟ ਉਹ ਹੁੰਦਾ ਨਮੋ ਇਸ਼ਟ। ਇਸ਼ਟ ਜਿਹਨਾਂ ਜਾਪ ਸਾਹਿਬ ਪੜ੍ਹਿਆ ਉਹਨਾਂ ਨੂੰ ਪਤਾ ਹੈ ਹਰੇਕ ਦਾ ਆਪੋ ਆਪਣਾ ਇਸ਼ਟ ਦੇਵ ਹੈ। ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਪਰ ਗੁਰਸਿੱਖਾਂ ਦਾ ਇਸ਼ਟ ਦੇਵ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੋ ਇਸ ਕਰਕੇ ਆਪਣੀ ਇਸ਼ਟ ਦੀ ਮਰਿਆਦਾ ਦਾ ਮੂਲ ਮੰਗਲ ਕਵੀ ਜੀ ਪਹਿਲਾਂ ਕਰਦੇ ਹਨ। ਉਹ ਮੰਗਲ ਜੋ ਕਵੀ ਜੀ ਨੇ ਆਪਣੀ ਇਸ਼ਟ ਦੇਵ ਵਾਸਤੇ ਕੀਤਾ, ਰੋਜ਼ ਆਪਾਂ ਪੜ੍ਹਦੇ ਵੀ ਹਾਂ। ਸੋ ਪਹਿਲਾਂ ਉਹੀ ਮੰਗਲ ਕਰਦੇ ਹਨ। ਦੋਹਰਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਫਰਮਾਉਂਦੇ ਹਨ ਇਸ ਪ੍ਰਕਾਰ ਕਿ ਇੱਕ ਓੰਕਾਰ ਰੂਪ ਹੈ ਸਤਿਗੁਰੂ। ਸਾਡੇ ਸਤਿਗੁਰੂ ਜੀ ਇੱਕ ਓੰਕਾਰ ਰੂਪ ਹਨ। ਏਕ ਓੰਕਾਰਾ ਤੋਂ ਭਾਵ ਏਕ ਓੰਕਾਰ, ਓੰਗ ਵਿਆਪਕ ਵਾਹਿਗੁਰੂ ਅਕਾਲ ਪੁਰਖ, ਕਾਰ ਤੋਂ ਭਾਵ ਕੇਵਲ, ਆ ਤੋਂ ਭਾਵ ਹੈ, ਕੇਵਲ ਇੱਕ ਹੈ ਅਕਾਲ ਪੁਰਖ। ਸੋ ਏਕ ਓੰਕਾਰ ਪਦ ਦੇ ਇਹ ਰੂਪ ਵੀ ਹਨ। ਏਕ ਓੰਕਾਰ ਕਹਿੰਦੇ ਨੇ, ਇੱਕ ਓੰਕਾਰ ਕਹਿੰਦੇ ਨੇ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ।
ਉਹਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਦਾ ਸਦਕਾ, ਸਾਡੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਸੱਚ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਬਿਘਨਾ ਬਿਨਾਸਨ ਸੋਇ। ਉਹੀ ਵਾਹਿਗੁਰੂ ਹੈ। ਵਾਹਿਗੁਰੂ ਜੀ ਦੀ ਸਦੀਵ ਕਾਲ ਫਤਿਹ ਹੈ। ਸਦੀਵ ਫਤਿਹ ਵਾਲਾ ਵਾਹਿਗੁਰੂ ਹੋਣ ਕਰਕੇ ਸਰਬੱਤ ਵਿਘਨਾਂ ਵਿੱਚ ਵਾਹਿਗੁਰੂ ਸਹਾਈ ਹੁੰਦੇ, ਵਿਘਨਾਂ ਦਾ ਨਾਸ ਕਰਦੇ ਹਨ। ਇਉਂ ਕਵੀ ਜੀ ਨੇ ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਨੂੰ ਕਵਿਤਾ ਰੂਪ ਵਿੱਚ ਢਾਲ ਲਿਆ। ਪਹਿਲਾ ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਉਹ ਮੰਗਲ ਨੂੰ ਲਿਖਿਆ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ। ਇਹ ਤਾਂ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਿਤਾ ਵਿੱਚ, ਅਤੇ ਬਾਅਦ ਵਿੱਚ ਲਿਖਿਆ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਇਉਂ ਇਹ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ। ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਤਾਂ ਕਦੇ ਹਾਰਦੇ ਹੀ ਨਹੀਂ, ਇਸ ਕਰਕੇ ਵਾਹਿਗੁਰੂ ਦੀ ਸਦਾ ਫਤਿਹ ਹੈ। ਵਾਹਿਗੁਰੂ ਪਾਸੋਂ ਇਹ ਆਸ਼ੀਰਵਾਦ ਮੰਗਿਆ ਹੈ। ਆਸ਼ੀਰਵਾਦ ਮੰਗਣ ਤੋਂ ਉਪਰੰਤ ਫਿਰ ਕਵੀ ਜੀ ਜੋ ਇਹ ਸਾਰੇ ਮੰਗਲ ਜਿਤਨੇ ਵੀ ਹਨ ਕਰਨਗੇ ਨਾਲ ਨਾਲ, ਤਾਂ ਕਿਉਂਕਿ ਇਹ ਮੰਗਲ ਜਿਹੜੇ ਹਨ ਇਹਨਾਂ ਦੀ ਥੋੜ੍ਹੀ ਜਿਹੀ ਇਸ ਤਰ੍ਹਾਂ ਹੁੰਦੀ ਜਿਵੇਂ ਕੋਈ ਰਾਗੀ ਰਾਗ ਗਾਉਂਦੇ ਨੇ। ਜਦੋਂ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਹੈ, ਬਹੁਤ ਸੰਗਤ ਕਹਿੰਦੀ ਇਹ ਸਾਡੀ ਤਾਂ ਸਮਝ ਨਹੀਂ ਆਉਂਦਾ ਕੀ ਕਰਦੇ ਨੇ, ਸਾਨੂੰ ਤਾਂ ਸਿੱਧਾ ਜਿਹਾ ਕੀਰਤਨ ਸੁਣਾਓ। ਇਸ ਤਰ੍ਹਾਂ ਜਿਹੜੇ ਮੰਗਲ ਨੇ, ਮੰਗਲਾਂ ਦੇ ਵਿੱਚ ਥੋੜ੍ਹਾ ਜਿਹਾ ਸਮਝਣਾ ਔਖਾ ਹੁੰਦਾ ਹੈ। ਸੋ ਜਿਸ ਕਰਕੇ ਆਪਾਂ ਸਾਰੇ ਜਿਹੜੇ ਬਾਕੀ ਦੇ ਮੰਗਲ ਹਨ ਉਹ ਵੱਖਰੀ ਕਥਾ ਭਰ ਦਿਆਂਗੇ। ਜਿਨ੍ਹਾਂ ਨੇ ਉਹ ਸੁਣਨੇ ਹੋਣਗੇ ਉਹ ਵੀ ਸੁਣ ਸਕਦੇ ਨੇ। ਹੁਣ ਕਵੀ ਜੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜੋ ਪਹਿਲਾਂ ਅਧਿਆਇ ਸ਼ੁਰੂ ਹੋਣਾ ਹੈ ਉਹਦੇ ਤੋਂ ਪਹਿਲਾਂ ਮੰਗਲ ਕਰਕੇ ਅਰਦਾਸ ਬੇਨਤੀ ਕਰਦੇ ਹਨ। ਚੌਪਈ ਮੋਰ ਮਨੋਰਥ ਭਇਓ ਜਹਾਜੂ। ਸੋ 132 ਅੰਗ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਬਾਰਦ ਅਧਿਆਏ ਜੋ ਦੂਸਰਾ ਹੈ ਇਹਦੇ ਵਿੱਚ ਉਚਾਰਨ ਕਰਦੇ ਨੇ ਮੋਰ ਮਨੋਰਥ ਭਇਓ ਜਹਾਜੂ। ਇਹ ਇੱਕ ਜਿਵੇਂ ਅਲੰਕਾਰ ਬਣਾਇਆ ਹੈ। ਮੇਰਾ ਜਿਹੜਾ ਮਨੋਰਥ ਹੈ ਗ੍ਰੰਥ ਰਚਣ ਦਾ, ਮਾਨੋ ਇੱਕ ਬੜੇ ਸਮਾਜ ਨਾਲ ਭਰਿਆ ਹੋਇਆ ਜਹਾਜ਼ ਬਣ ਗਿਆ ਹੈ ਜੀ। ਸਿੰਧ ਜੇ ਬਿਘਨਾ ਅਥਾਹੇ ਸਮਾਜੂ। ਵਿਘਨਾ ਰੂਪੀ ਅਥਾਹ ਸਮੁੰਦਰ ਹੈ, ਉਹਦੇ ਵਿੱਚ ਮੈਂ ਆਪਣਾ ਜਹਾਜ਼ ਤੋਰਿਆ। ਕਿਉਂਕਿ ਇਹ ਇੰਨਾ ਵੱਡਾ ਜਿਹੜਾ ਕੰਮ ਕਵੀ ਜੀ ਨੇ ਕੀਤਾ, ਬਹੁਤ ਵੱਡਾ, ਸਾਡੇ ਹਿਸਾਬ ਨਾਲ ਬਹੁਤ ਵੱਡਾ ਕਾਰਜ ਕਵੀ ਜੀ ਤੋਂ ਮਹਾਰਾਜ ਜੀ ਨੇ ਕਰਵਾਇਆ ਹੈ। ਕਰਨ ਧਾਰ ਕਰ ਹੀ ਗੁਰ ਕਰਨਾ। ਜੇ ਗੁਰੂ ਰੂਪੀ ਮਿਲਾ ਕਿਰਪਾ ਕਰਨਗੇ ਜੀ ਤਬ ਪਹੁੰਚੋ ਤਟ ਕਰ ਤਿਨ ਪਰਨਾ। ਪਰਨਾ ਹੁੰਦਾ ਆਸਰਾ, ਤਦ ਮੈਂ ਉਹਨਾਂ ਦੇ ਆਸਰੇ ਨਾਲ ਪਰਲੇ ਕਿਨਾਰੇ ਤੇ ਅੱਪੜਾਂਗਾ। ਭਾਵ ਗੁਰੂ ਨਾਨਕ ਸਾਹਿਬ ਦੀ ਕਥਾ ਤੋਂ ਲੈ ਕੇ 10ਵੇਂ ਪਾਤਸ਼ਾਹ ਦੀ ਕਥਾ ਤੱਕ ਦਾ ਇਹ ਸਾਰਾ ਸਿਰਾ ਤੁਹਾਡੀ ਕਿਰਪਾ ਨਾਲ ਅਸੀਂ ਸਿਰੇ ਲੱਗਣਾ ਹੈ। ਨਾ ਸਾਡੇ ਕੋਲ ਬੁੱਧੀ ਹੈ, ਨਾ ਸਾਨੂੰ ਚੰਗਾ ਬੋਲਣਾ ਆਉਂਦਾ ਹੈ। ਇਹ ਤਾਂ ਆਪ ਜੀ ਨੇ ਬੁੱਧੀ ਤੇ ਵਾਸਾ ਕਰਨਾ ਹੈ। ਆਪ ਜੀ ਨੇ ਜ਼ੁਬਾਨ ਤੇ ਵਾਸਾ ਕਰਕੇ ਸੋਹਣੇ ਅੱਖਰ ਬੁਲਵਾ ਲੈਣੇ ਜੀ। ਤੁਮਰੋ ਨਾਮ ਨਿਵਾਹੋ ਲਾਜਾ। ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਹਾਨੂੰ ਆਪਣੇ ਨਾਮ ਦਾ ਬਿਰਦ ਹੈ। ਤੁਸੀਂ ਦਾਸ ਦੀ ਜਿਹੜੀ ਲਾਜ ਹੈ ਨਾ ਜੀ, ਉਹ ਕਿਰਪਾ ਕਰਕੇ ਨਿਭਾ ਦਿਓ ਜੀ। ਕਰਹੁ ਗ੍ਰੰਥ ਪੂਰਨ ਸ਼ੁਭ ਕਾਜਾ। ਮੇਰਾ ਇਹ ਸ਼ੁਭ ਕੰਮ ਗ੍ਰੰਥ ਰਚਨ ਦਾ ਸੰਪੂਰਨ ਕਰ ਦਿਓ ਮਹਾਰਾਜ ਜੀ। ਸਭ ਕਰਨਾ ਬਿਨ ਅੱਖਰ ਏਕੂ। ਤੁਹਾਡੀ ਕਿਰਪਾ ਤੋਂ ਬਿਨਾ ਇੱਕ ਵੀ ਜੋ ਅੱਖਰ ਉਚਾਰਨ ਕਰਨਾ ਹੈ ਜੀ। ਨਹੀਂ ਉਪਜਤ ਮੁਝ ਹਿਰਦੈ ਬਿਬੇਕੂ। ਮੇਰੇ ਹਿਰਦੇ ਵਿੱਚ ਤਾਂ ਇੱਕ ਅੱਖਰ ਦਾ ਗਿਆਨ ਵੀ ਨਹੀਂ ਪੈਦਾ ਹੋ ਸਕਦਾ। ਜੇ ਤੁਹਾਡੀ ਕਿਰਪਾ ਨਾ ਹੋਈ ਤਾਂ ਮੈਂ ਨਹੀਂ ਕਥਾ ਕਰ ਸਕਦਾ। ਇਹ ਤਾਂ ਤੁਸੀਂ ਆਪ ਹੀ ਕਿਰਪਾ ਕਰਕੇ ਕਥਾ ਕਰਵਾ ਲੈਣੀ ਮਹਾਰਾਜ ਜੀ। ਦੋਹਰਾ ਗੁਰ ਪਗ ਪ੍ਰੇਮ ਸਮੁੰਦਰ ਸਮ ਸੋਧਾ ਪਰਦ ਕਵਤਾਸ। ਸੋ ਇਸ ਤਰੀਕੇ ਨਾਲ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਹਨ ਇਹ ਸਮੁੰਦਰ ਦੀ ਤਰ੍ਹਾਂ ਹਨ। ਸੁਧਾ ਪਰਦ ਕਵਤਾਸ, ਇਹ ਜਿਹੜੀ ਕਵਿਤਾ ਹੈ ਇਹ ਜਿਵੇਂ ਇੱਕ ਬਿਲਕੁਲ ਪਾਰਾ ਹੁੰਦਾ ਨਾ ਚਿੱਟਾ, ਇਸ ਪ੍ਰਕਾਰ ਚਿੱਟੀ ਕਵਿਤਾ ਜੋ ਸ਼ੁੱਧ ਬੁੱਧੀ ਦੇ ਨਾਲ ਹੀ ਉਚਾਰਨ ਕੀਤੀ ਜਾ ਸਕਦੀ ਹੈ। ਇਹ ਆਪ ਕਿਰਪਾ ਕਰਕੇ ਸਾਡੇ ਤੇ ਮਿਹਰ ਕਰ ਦਿਓ। ਸੁਧਾ ਤੋਂ ਭਾਵ ਜੋ ਅੰਮ੍ਰਿਤ ਸਰੂਪ ਆਪ ਦੇ ਚਰਨ ਹਨ। ਇਹ ਕਵਿਤਾ ਸ਼ਾਇਰੀ ਪਦ ਨਾਲ ਰਚਨਾ, ਮਨ ਦੇ ਭਾਵ ਆਦਿਕਾਂ ਨੂੰ ਰਮਣੀਕ ਤਰੀਕੇ ਨਾਲ ਛੰਦਬੰਦ ਵਿੱਚ ਕਹਿਣਾ, ਉਹ ਜਿਹੜੀ
ਮੱਤੀ ਦੇਣੀ ਹੈ, ਆਪ ਕਿਰਪਾ ਕਰਕੇ ਉਸ ਮੱਤ ਮੈਨੂੰ ਦੇ ਦਿਓ ਜੀ। ਸਿੱਖ ਬਿੰਦਰਾਦਿਕ ਪੀਵਹੀ ਨਿਤ ਹੋਇ ਸਮਤ ਪ੍ਰਕਾਸ਼। ਸੋ ਆਪ ਜੀ ਕਿਰਪਾ ਕਰੋ ਜੀ, ਨੂੰ ਸਿੱਖ ਰੂਪੀ ਦੇਵਤੇ ਨਿੱਤੀ ਪੀਂਦੇ ਨੇ, ਜਿਸ ਤੋਂ ਉਹਨਾਂ ਦੇ ਹਿਰਦੇ ਵਿੱਚ ਨਿਤ ਹੀ ਸ਼ੁਭ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਸੋ ਆਪ ਕਿਰਪਾ ਕਰਕੇ ਮਹਾਰਾਜ ਕਿਰਪਾ ਕਰ ਦਿਓ। ਉਹ ਸਮੁੰਦਰ ਕਵਿਤਾ ਰੂਪੀ ਅੰਮ੍ਰਿਤ ਦਾ ਦਾਤਾ ਹੈ, ਜਿਸ ਨੂੰ ਸਿੱਖ ਰੂਪੀ ਦੇਵਤੇ ਨਿੱਤ ਹੀ ਪੀਂਦੇ ਹਨ। ਕਿਰਪਾ ਕਰਕੇ ਆਪ ਦੇ ਜਿਹੜੇ ਚਰਨ ਹਨ, ਇਹ ਪ੍ਰੇਮ ਸਮੁੰਦਰ ਦੇ ਵਾਂਗ ਅੰਮ੍ਰਿਤ ਦੇ ਭਰੇ ਹੋਏ ਹਨ, ਤੇ ਇਹਨਾਂ ਵਿੱਚ ਕਿਰਪਾ ਕਰ ਦਿਓ। ਆਪ ਜੀ ਦੀ ਪਾਵਨ ਕਵਿਤਾ ਉਚਾਰਨ ਦਾ ਮੈਨੂੰ ਜੋ ਬਲ ਹੈ ਜੀ, ਇਹ ਕਿਰਪਾ ਹੋ ਜਾਵੇ ਤਾਂ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਕੁਝ ਮੰਗਲ ਆਪਾਂ ਪਹਿਲਾਂ ਕਰਕੇ ਅਕਾਲ ਪੁਰਖ ਜੀ ਤੋਂ, ਵਾਹਿਗੁਰੂ ਤੋਂ ਆਸ਼ੀਰਵਾਦ ਲਿਆ ਹੈ। ਹੁਣ ਜੋ ਕਥਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਪ੍ਰਾਰੰਭ ਹੋਣ ਲੱਗੀ ਹੈ। ਸੋ ਕਰਤਾਰਪੁਰ ਸਾਹਿਬ ਵਿਖੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਵਡਿਆਈ ਦਿੱਤੀ, ਗੁਰਤਾ ਗੱਦੀ ਦੀ, ਸੱਚਖੰਡ ਚਲੇ ਗਏ ਸਨ। ਉੱਥੋਂ ਕਵੀ ਜੀ ਨੇ ਲੈ ਕੇ ਫਿਰ ਸ੍ਰੀ ਖਡੂਰ ਸਾਹਿਬ ਭਾਈ ਬਾਲਾ ਜੀ ਦਾ ਆਉਣਾ, ਇਹ ਕਿਸ ਪ੍ਰਕਾਰ ਸਾਰੀ ਕਥਾ ਪ੍ਰਾਰੰਭ ਹੋਈ, ਕਿਵੇਂ ਲਿਖਵਾਈ ਗੁਰੂ ਅੰਗਦ ਦੇਵ ਜੀ ਨੇ, ਪ੍ਰਾਰੰਭ ਕਰਦੇ ਹਾਂ। ਆਓ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਚੌਪਈ ਵਿੱਚ ਕਰਤਾਰਪੁਰੇ ਜਗ ਰਾਈ। ਜਗਤ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕਰਤਾਰਪੁਰੇ, ਸ੍ਰੀ ਕਰਤਾਰਪੁਰ ਸਾਹਿਬ, ਜੋ ਇਧਰੋਂ ਖੜ ਕੇ ਦਰਿਆ ਦੇ ਪਰਲੇ ਪਾਸਿਓਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਹੀ ਨਜ਼ਰ ਪੈਂਦਾ। ਜੇ ਉਹਦਾ ਲਾਂਘਾ ਮਿਲ ਗਿਆ ਸਾਰੀ ਸੰਗਤ ਮੱਥਾ ਟੇਕ ਸਕੇਗੀ। ਉਸ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹਨ। ਸ੍ਰੀ ਅੰਗਦ ਕੋ ਦੀਨ ਵਡਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਸਾਰ ਤੋਂ ਅਲੋਪ ਹੋਣਾ ਕੀਤਾ, ਉਸ ਵਕਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ 'ਚ ਆਪ ਬਿਰਾਜਮਾਨ ਹੋ ਗਏ, ਉਹਨਾਂ ਨੂੰ ਵਡਿਆਈ ਦੇਣ ਵਾਸਤੇ। ਆਪਨ ਕੀਨ ਸੱਚਖੰਡ ਪਿਆਨਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਵਡਿਆਈ ਦਿੱਤੀ ਗੁਰਤਾ ਗੱਦੀ ਦੀ, ਉਹਨਾਂ ਦੀਆਂ ਪਰਖਾਂ ਲਈਆਂ ਚੰਗੀ ਤਰ੍ਹਾਂ, ਸਾਰਾ ਕੁਝ ਅੱਗੇ ਸ਼ਰਵਣ ਕਰਾਂਗੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਸਮਝਾਉਣ ਲਈ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਸੱਚਖੰਡ ਚਲੇ ਗਏ, ਪਰ ਅਸਲ ਵਿੱਚ ਹੁਣ ਕਵੀ ਜੀ ਆਪ ਹੀ ਇਸ ਚੀਜ਼ ਨੂੰ ਸਿੱਧ ਕਰਨਗੇ ਕਿ ਗੁਰੂ ਨਾਨਕ ਗੁਰ ਅੰਗਦ ਕੇ ਹੀਏ ਮੇ। ਗੁਰੂ ਨਾਨਕ ਦੇਵ ਜੀ ਕਿੱਥੇ ਚਲੇ ਗਏ? ਉਹ ਜੋਤ ਨਿਰੰਕਾਰੀ ਜੋਤ ਜਿਹਨੇ ਗੁਰੂ ਨਾਨਕ ਰੂਪ ਧਾਰਿਆ ਸੀ, ਉਹ ਗੁਪਤ ਰੂਪ ਹੋ ਕੇ ਗੁਰੂ ਅੰਗਦ ਦੇਵ ਦੇ ਹਿਰਦੇ 'ਚ ਬਿਰਾਜਮਾਨ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਹਨ। ਜੋਤ ਰੂਪ ਬਿਬ ਤਨ ਪਲਟਾਨਾ। ਜੋਤ ਸਰੂਪ ਗੁਰੂ ਨਾਨਕ ਦੇਵ ਜੀ ਨੇ, ਬਿਬ ਹੁੰਦਾ ਦੂਜਾ ਸਰੀਰ ਜਿਹੜਾ ਸੀ, ਪਲਟਾ ਲਿਆ। ਕਿਸ ਤਰੀਕੇ ਨਾਲ? ਜੋ ਅਦਪਤ ਇੱਕ ਪੋਸਸ ਤਜਕਾ। ਜਿਵੇਂ ਕਹਿੰਦੇ ਕੋਈ ਰਾਜਾ ਹੁੰਦਾ ਨਾ, ਆਪਣਾ ਇੱਕ ਸਵੇਰੇ ਜਦੋਂ ਆਉਂਦਾ ਉਹਨੇ ਪੀਲੇ ਰੰਗ ਦੀ ਪੋਸ਼ਾਕ ਪਾਈ ਹੁੰਦੀ ਆ, ਫਿਰ ਜਦੋਂ ਦੁਪਹਿਰੇ ਭੋਜਨ ਛਕ ਕੇ ਫਿਰ ਦਰਬਾਰ 'ਚ ਆਉਂਦਾ, ਫਿਰ ਉਹ ਆਪਣੀ ਪੋਸ਼ਾਕ ਨੀਲੇ ਰੰਗ ਦੀ ਕਰ ਦਿੰਦਾ। ਸ਼ਾਮ ਨੂੰ ਜਦੋਂ ਆਉਂਦਾ ਪੋਸ਼ਾਕ ਚਿੱਟੀ ਪਾ ਲੈਂਦਾ। ਰਾਜਾ ਇੱਕੋ ਹੀ ਹੈ, ਪਰ ਆਪਣਾ ਪੋਸ਼ਾਕਾਂ ਬਦਲ ਲੈਂਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੂਪ ਬਦਲ ਕੇ ਗੁਰੂ ਅੰਗਦ ਦੇਵ ਮਹਾਰਾਜ ਸਰੂਪ 'ਚ ਹੋ ਗਏ ਹਨ। ਵੈਸਹਿ ਸਭਾ ਦੁਤੀ ਤਨ ਸਜਕੈ। ਜਿਵੇਂ ਰਾਜਾ ਆਪਣੀ ਪੋਸ਼ਾਕ ਬਦਲ ਕੇ ਫੇਰ ਆ ਕੇ ਆਪਣੀ ਕਚਹਿਰੀ ਵਿੱਚ, ਸਭਾ ਵਿੱਚ ਦੂਸਰਾ ਸਰੂਪ ਧਾਰਨ ਕਰਕੇ ਸੱਜ ਜਾਂਦਾ ਹੈ। ਤਿਉ ਖਡੂਰ ਮਹਿ ਆਨ ਬਿਰਾਜੇ। ਇਸੇ ਤਰ੍ਹਾਂ ਸ੍ਰੀ ਖਡੂਰ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੂੰ, ਆਪ ਗੁਰੂ ਅੰਗਦ ਦੇਵ ਜੀ ਫੇਰ ਵਸਾਇਆ। ਫੇਰ ਆਣ ਸਤਿਗੁਰੂ ਖਾਡੂਰ, ਇਉਂ ਮਹਾਰਾਜ ਜੀ ਸ੍ਰੀ ਖਡੂਰ ਸਾਹਿਬ ਨੂੰ ਆ ਕੇ ਵਸਾਇਆ। ਜਨ ਸਿਮਰਨ ਕਲ ਕਲਮਲ ਭਾਜੇ। ਜਿਨ੍ਹਾਂ ਸਤਿਗੁਰਾਂ ਦੇ ਸਿਮਰਨ ਕਰਨ ਨਾਲ ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਕਹਿਣ ਨਾਲ ਕਲਯੁਗ ਦੇ ਸਾਰੇ ਪਾਪ, ਜਿਹੜੇ ਵੱਡੇ ਛੋਟੇ ਪਾਪ ਦੂਰ ਹੋ ਜਾਂਦੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰੂ।
ਕੀਨ ਖਡੂਰ ਨਿਵਾਸ। ਗੁਰਤਾ ਗੱਦੀ ਦੇ ਤਖਤ ਤੇ ਸਜ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਖਡੂਰ ਸਾਹਿਬ ਵਿਖੇ ਨਿਵਾਸ ਕੀਤਾ। ਨਰਨ ਉਦਾਹਰਣ ਕਾਰਣੇ ਕਰਤ ਸੋ ਭਗਤ ਪ੍ਰਕਾਸ਼। ਕਿਉਂਕਿ ਗੁਰਤਾ ਗੱਦੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਅੰਦਰ ਪ੍ਰਗਟ ਕੀਤੀ ਮਨੁੱਖਾਂ ਦੇ ਭਲੇ ਵਾਸਤੇ। ਭਗਤੀ ਮਾਰਗ ਨੂੰ ਸੰਸਾਰ ਅੰਦਰ ਪ੍ਰਗਟ ਕੀਤਾ। ਪਹਿਲਾਂ ਦੁਨੀਆ ਦੇ ਅੰਦਰ ਹਠ ਯੋਗ ਸੀ, ਜਗ ਸੀ, ਤਪ ਸੀ, ਦਾਨ ਕਰਨਾ। ਇਸੇ ਪ੍ਰਕਾਰ ਸੰਸਾਰ ਦੇ ਅੰਦਰ ਯੋਗਾ ਅਭਿਆਸ ਕਰਨਾ ਲੋਕਾਂ ਨੇ, ਵੱਡੀਆਂ ਉਮਰਾਂ, ਸਰੀਰ ਤਕੜੇ, ਜਗ ਪੈਸੇ ਵਾਲੇ ਲੋਕ ਕਰਦੇ ਸੀ। ਫਿਰ ਇਹ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਜਦੋਂ ਕਲਯੁਗ ਦਾ ਸਮਾਂ ਆਇਆ, ਸਾਰੀਆਂ ਚੀਜ਼ਾਂ ਖਤਮ ਹੋਣ ਲੱਗੀਆਂ, ਪ੍ਰਭਾਵ ਮੁੱਕਣ ਲੱਗੇ, ਲੋਕਾਂ ਦੇ ਸਰੀਰ ਉਹੋ ਜਿਹੇ ਰਹੇ ਨਹੀਂ, ਧਿਆਨ ਟਿਕਾਉਣਾ ਔਖਾ ਹੋ ਜਾਂਦਾ, ਜਗ ਕਰਨਾ ਔਖਾ ਪੈਸੇ ਤੋਂ ਬਿਨਾਂ। ਇਸ ਤਰ੍ਹਾਂ ਮਹਾਰਾਜ ਨੇ ਧਰਤੀ ਦੇ ਉੱਤੇ ਭਗਤੀ ਨੂੰ ਪ੍ਰਕਾਸ਼ ਕਰਨ ਲਈ, ਭਗਤੀ ਨੂੰ ਪ੍ਰਗਟ ਕਰਨ ਲਈ, ਨਾਮ ਦੀ ਮਹਿਮਾ ਚਲਾਉਣ ਲਈ ਸਤਿਗੁਰੂ ਜੀ ਨੇ ਫਿਰ ਇਹ ਦੂਸਰਾ ਰੂਪ ਧਾਰਿਆ। ਸਵਈਆ ਇੱਕ ਬਾਸੁਰ ਆਸਨ ਦਾਸ ਅਸੀਨਾ। ਸੋ ਇਸ ਤਰ੍ਹਾਂ ਇੱਕ ਦਿਨ ਦੀ ਗੱਲ ਹੈ, ਕਹਿੰਦੇ ਆਪਣਾ ਸੁੰਦਰ ਪਲੰਘ ਜੋ ਸਤਿਗੁਰੂ ਦਾ ਡਾਹਿਆ ਹੋਇਆ ਸੀ, ਸੇਵਾਦਾਰਾਂ ਨੇ ਸੋਹਣਾ ਬਿਸਤਰਾ ਵਿਛਿਆ ਹੋਇਆ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ। ਸੋ ਧਿਆਨ ਵੇਖੈ ਗੁਰ ਅੰਗਦ ਹੋਏ। ਉਸ ਵਕਤ ਧਿਆਨ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਸਮਾਧੀ ਲੀਨ ਹੋ ਗਏ। ਗੁਰ ਨਾਨਕ ਕੇ ਪਦ ਪੰਕਜ ਲੀਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਬਿਰਤੀ ਲੀਨ ਹੋ ਗਈ। ਨਿਰੰਤਰ ਹੀ ਮੁਦ ਲੋਚਨ ਕੋਏ। ਨਿਰੰਤਰ ਇੱਕ ਰਸ ਹੀ, ਜਿਹੜੇ ਅੱਖਾਂ ਦੇ ਕੋਏ ਸਨ, ਅੱਖਾਂ ਸਨ ਬਿਲਕੁਲ ਬੰਦ ਕਰਕੇ ਇੱਕ ਰਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਿਆਨ ਕਰਕੇ ਬੈਠੇ ਹਨ। ਪੁਨ ਜਾ ਉਪਜੀ ਔਰ ਵਿੱਚ ਵਿਚਾਰ। ਇਸ ਤਰੀਕੇ ਨਾਲ ਮਨ ਦੇ ਅੰਦਰ ਜਦੋਂ ਇਹ ਵਿਚਾਰ ਫਿਰ ਇੱਕ ਆਈ ਧਿਆਨ ਦੇ ਵਿੱਚ, ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਸੋ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸਾਂ ਦੇ ਭਾਵ ਸਿੱਖਾਂ ਦੇ ਇੰਨੇ ਜ਼ਿਆਦਾ ਭਰਮ ਦੂਰ ਕੀਤੇ, ਕਿਰਪਾਵਾਂ ਕੀਤੀਆਂ, ਇੰਨਾ ਵੱਡਾ ਜਿਨ੍ਹਾਂ ਦਾ ਪਾਵਨ ਇਤਿਹਾਸ ਹੈ। ਪਰਮੇਸ਼ਰ ਸ੍ਰੀ ਗੁਰੂ ਨਾਨਕ ਕੋ ਜਿਨਾ। ਸੋ ਜਿਨ੍ਹਾਂ ਨੇ ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ ਭੇਦ ਨਾ ਮਦ ਤਰੰਗੈ ਤੋਏ। ਜਿਵੇਂ ਤੋਏ ਤੋਂ ਭਾਵ ਪਾਣੀ ਦਾ ਤੇ ਤਰੰਗਾ ਲਹਿਰਾਂ ਦਾ, ਸਮੁੰਦਰ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਤੇ ਪਰਮੇਸ਼ਰ ਦਾ ਤਾਂ ਕੋਈ ਭੇਦ ਨਹੀਂ, ਕਿਉਂਕਿ ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਸਵਈਆ ਚਿਤ ਪ੍ਰੀਤ ਕੀ ਰੀਤ। ਚਿਤੈ ਨਿਤ ਹੀ ਭਵ ਮੈਂ ਭਵ ਕੋ ਸ੍ਰੀ ਗੁਰ ਕੋ ਬਿਦਲੀਨੋ। ਚਿੱਤ ਵਿੱਚ ਰੋਜ਼ ਚਿਤਵਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰੀਤੀ, ਕਿ ਜਿਨ੍ਹਾਂ ਦਾ ਵਾਹਿਗੁਰੂ ਨਾਲ ਭੇਦ ਨਹੀਂ, ਜਿੱਕਾਂ ਜਲ ਤੇ ਲਹਿਰਾਂ ਦਾ ਫਰਕ ਨਹੀਂ ਹੁੰਦਾ। ਚਿਤਵਦੇ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਤੇ ਆ ਕਰਕੇ ਅਵਤਾਰ ਧਾਰਿਆ ਔਰ ਫਿਰ ਕਈ ਤਰੀਕੇ ਨਾਲ ਕਿਸ ਤਰ੍ਹਾਂ ਦੁਨੀਆ ਨੂੰ ਤਾਰਿਆ।